ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭु, ਨਾਨਕ ਦੇ ਕਰ ਹੱਥ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਵਿਸ਼ੇਸ਼ ਦੀਵਾਨ ਅੰਮ੍ਰਿਤ ਸੰਚਾਰ ਦੇ ਸੰਬੰਧ ਵਿੱਚ ਸੱਜ ਰਹੇ ਨੇ ਲੜੀਵਾਰ, ਉਹਦੇ ਵਿੱਚ ਮਹਾਰਾਜ ਕਿਰਪਾ ਕਰਨ ਅਸੀਂ ਅੰਮ੍ਰਿਤ ਪੀਏ। ਗੁਰੂ ਸਾਹਿਬਾਂ ਨੇ ਖੰਡੇ ਦੀ ਪਹੁਲ ਛਕਾਈ, ਉਹਦੇ ਕੀ ਅਰਥ ਨੇ, ਇਹ ਛਕਣੀ ਕਿਉਂ ਜ਼ਰੂਰੀ ਹੈ, ਜਾਂ ਫਿਰ ਸਾਡੇ ਮਨਾਂ 'ਚ ਜੋ ਵੀ ਸਵਾਲ ਹੁੰਦੇ ਨੇ ਆਪ ਜੀ ਉਹ ਸਵਾਲ ਪੁੱਛ ਸਕਦੇ ਹੋ ਅਤੇ ਉਹਨਾਂ ਦੇ ਉੱਤਰ ਅਸੀਂ ਮਿਲ ਕੇ ਲੱਭਾਂਗੇ ਕਿ ਜਿਹੜੇ ਸ਼ੰਕੇ ਨੇ, ਜਿਹੜੀ ਰਹਿਤ ਹੈ, ਉਹ ਰੱਖਣ ਵਿੱਚ ਕੀ ਦਿੱਕਤ ਹੈ, ਅਸੀਂ ਅੰਮ੍ਰਿਤ ਕਿਉਂ ਨਹੀਂ ਛਕਦੇ, ਜਦਕਿ ਮਹਾਰਾਜ ਦਾ ਪਹਿਲਾ ਹੁਕਮ ਹੀ ਹੈ ਇਹ, ਪ੍ਰਥਮ ਰਹਿਤ ਇਹ ਜਾਨ ਖੰਡੇ ਦੀ ਪਹੁਲ ਛਕੇ। ਤੇ ਫਿਰ ਮਹਾਰਾਜ ਦਾ ਹੁਕਮ ਕਿਉਂ ਨਹੀਂ ਮੰਨ ਰਿਹਾ ਸੀ, ਅੜਚਨ ਕਿਹੜੀ ਹੈ, ਅਸੀਂ ਆਪਣੇ ਮਨਾਂ ਨੂੰ ਇਹ ਲੜੀਵਾਰ ਸਮਾਗਮਾਂ ਵਿੱਚ ਟਟੋਲਣਾ ਹੈ। ਤੇ ਆਪ ਜੀ ਨੂੰ ਬੇਨਤੀ ਹੈ ਕਿ ਹੋਰ ਵੀ ਭੈਣਾਂ ਭਰਾ ਵੀਰ ਜਿਨ੍ਹਾਂ ਨੇ ਹਲੇ ਅੰਮ੍ਰਿਤ ਦੀ ਦਾਤ ਨਹੀਂ ਲਈ, ਉਹਨਾਂ ਨੂੰ ਵੀ ਪ੍ਰੇਰ ਕੇ ਗੁਰਦੁਆਰਾ ਸਾਹਿਬ ਲੈ ਕੇ ਆਉਣਾ ਕਿ ਜੋੜਨ ਵਰਗਾ ਜਿਹੜਾ ਪੁੰਨ ਹੈ ਉਹ ਨਹੀਂ ਹੈ। ਸੰਗਤ ਵਿੱਚ ਲਿਆ ਕੇ ਬਿਠਾਓਗੇ ਤੇ ਮਹਾਰਾਜ ਦੀ ਖੁਸ਼ੀ ਮਿਲੇਗੀ। ਅੱਜ ਜੋ ਪਹਿਲਾ ਦੀਵਾਨ ਹੈ ਉਹਦੇ ਵਿੱਚ ਅਸੀਂ ਅੰਮ੍ਰਿਤ ਦੇ ਅੱਖਰੀ ਅਰਥ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅੰਮ੍ਰਿਤ ਅ ਪਲਸ ਮ੍ਰਿਤ, ਜਿਹੜਾ ਮ੍ਰਿਤ ਮਤਲਬ ਮਰਨਾ, ਅ ਜਿਹੜਾ ਮਰਨ ਤੋਂ ਰਹਿਤ ਕਰਦੇ। ਜਦੋਂ ਅੱਗੇ ਅ ਲਗਾ ਦਿੰਦੇ ਆ ਨਾ ਤੇ ਉਹਦਾ ਅਰਥ ਹੋ ਜਾਂਦਾ ਜਿਵੇਂ ਮਰਨ ਤੋਂ ਰਹਿਤ ਕਰਨਾ। ਜਿਵੇਂ ਅਸੀਂ ਜਾਪ ਸਾਹਿਬ ਦੀ ਬਾਣੀ ਦਾ ਹੁਣੇ ਜਾਪ ਕੀਤਾ, ਅਸੀਂ ਪੜ੍ਹਿਆ ਅਲੇਖ ਵੇਖ ਨਾਮ, ਉਹਦਾ ਕੋਈ ਨਾਮ ਨਹੀਂ ਹੈ, ਉਦੋਂ ਲਿਖਣ ਵਿੱਚ ਨਹੀਂ ਲਿਖਿਆ ਜਾ ਸਕਦਾ, ਉਹਦਾ ਕੋਈ ਭੇਖ ਨਹੀਂ ਹੈ। ਐਵੇਂ ਜਦੋਂ ਅਸੀਂ ਅੰਮ੍ਰਿਤ ਉਸੇ ਸ਼ਬਦਾਵਲੀ 'ਚ ਆਇਆ, ਅਸੀਂ ਅੰਮ੍ਰਿਤ ਦਾ ਅਰਥ ਜਿਹੜਾ ਮਰਨ ਤੋਂ ਰਹਿਤ ਕਰਦੇ। ਮਰਨਾ ਕਿਸੇ ਨੂੰ ਵੀ ਨਹੀਂ ਪਾਉਂਦਾ। ਗੁਰਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਜਦੋਂ ਪਾਠ ਕਰਦੇ ਹਾਂ ਮਹਾਰਾਜ ਦੀ ਬਾਣੀ ਦਰਸ਼ਨ ਕਰਦੇ ਹਾਂ ਕਿ ਮਰਨਾ ਜਿਹੜਾ ਉਹ ਜਗ ਨੂੰ ਭਾਉਂਦਾ ਨਹੀਂ ਹੈ, ਜਗ ਨਾ ਪਾਇਆ ਜਿਹੜਾ ਮਰਨਾ ਹੈ। ਤੇ ਸ਼ੁਰੂ ਤੋਂ ਜਦੋਂ ਤੋਂ ਸ੍ਰਿਸ਼ਟੀ ਸਾਜੀ ਤਾਂ ਹੀ ਤੋਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਮਰਨਾ ਸਾਨੂੰ ਨਾ ਮਿਲੇ ਤੇ ਅਸੀਂ ਉਪਾਏ ਖੋਜਦੇ ਹਾਂ। ਤੇ ਉਹਨਾਂ ਉਪਾਇਆ ਵਿੱਚੋਂ ਇੱਕ ਉਪਾਏ ਅੰਮ੍ਰਿਤ ਦੀ ਖੋਜ ਕਰਨਾ। ਜਦੋਂ ਕਾਨ ਸਿੰਘ ਨਾਭਾ ਜੀ ਦਾ ਜਿਹੜਾ ਸਾਡੇ ਕੋਲ ਪੁਰਾਤਨ ਸ਼ਬਦਕੋਸ਼ ਹੈ ਨਾ, ਉਹਦੇ ਵਿੱਚ ਅਸੀਂ ਅੰਮ੍ਰਿਤ ਦੇ ਅਰਥ ਪੜ੍ਹਦੇ ਹਾਂ ਤੇ ਉਹਨਾਂ ਨੇ ਅੰਮ੍ਰਿਤ ਦੇ ਬੜੇ ਅਰਥ ਕਰਕੇ ਦੱਸੇ, ਫਿਰ ਵੀ ਉਹ ਅੰਤ ਨਹੀਂ ਹੈ। ਇੱਕ ਤੇ ਅੰਮ੍ਰਿਤ ਹੋਈ ਜਿਹੜੀ ਅਸੀਂ ਖੰਡੇ ਬਾਟੇ ਦੀ ਪਹੁਲ ਲੈਣੀ ਹੈ, ਜਿਹੜੀ ਦਸਮ ਪਿਤਾ ਨੇ ਸਾਨੂੰ ਬਖਸ਼ੀ। ਸਭ ਤੋਂ ਪਹਿਲਾਂ ਅੰਮ੍ਰਿਤ ਜਿਹੜਾ ਹੈ ਉਹ ਪਰਮਾਤਮਾ ਨੂੰ ਅੰਮ੍ਰਿਤ ਮੰਨਦੇ ਆ, ਪਰਮ ਆਤਮਾ, ਕਿਉਂਕਿ ਪਰਮਾਤਮਾ ਤੋਂ ਬਗੈਰ ਕੋਈ ਜੀਵਨ ਨਹੀਂ। ਜਦ ਪਰਮਾਤਮਾ ਦੀ ਜੋਤ ਆਤਮ ਤੱਤਵ ਸਾਡੇ ਅੰਦਰ ਵਿਰਾਜਮਾਨ ਹੈ, ਜੋਤ ਹੈ, ਤਾਂ ਹੀ ਸਾਡਾ ਜੀਵਨ ਹੈ। ਜੋ ਚੀਜ਼ ਮਰਨ ਤੋਂ ਰਹਿਤ ਕਰਦੇ, ਜਦ ਪਰਮਾਤਮਾ ਆਪਣੀ ਜੋਤ ਖਿੱਚ ਲਏ, ਆਪਣਾ ਪ੍ਰਕਾਸ਼ ਖਿੱਚ ਲਏ ਤੇ ਜੀਵਨ ਸਮਾਪਤ ਹੈ। ਇਸ ਕਰਕੇ ਪਰਮਾਤਮਾ ਪਰਮ ਆਤਮ ਤੱਤਵ ਜਿਹੜਾ ਹੈ ਉਹ ਸਭ ਤੋਂ ਵੱਡਾ ਅੰਮ੍ਰਿਤ, ਉਹੀ ਜੀਵਨ। ਤੇ ਪਰਮਾਤਮਾ ਤੇ ਆਤਮਾ ਦਾ ਮਿਲਾਪ ਦਾ ਜਿਹੜਾ ਰਸਤਾ ਹੈ ਉਹ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਦੱਸਿਆ। ਉਹ ਗੁਰਬਾਣੀ ਵਿੱਚ ਜਿਹੜਾ ਪਰਮਾਤਮਾ ਔਰ ਆਤਮਾ ਨੂੰ ਮਿਲਾਉਣ ਦਾ ਜਿਹੜਾ ਰਸਤਾ ਹੈਗਾ, ਉਹਨੂੰ ਵੀ ਅਸੀਂ ਗੁਰਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਉਹ ਅੰਮ੍ਰਿਤ ਬਾਣੀ ਵੀ ਅੰਮ੍ਰਿਤ ਰੂਪ ਹੈ। ਫਿਰ ਨਾਮ ਅੰਮ੍ਰਿਤ ਪੀਓ, ਜਿਹੜਾ ਨਾਮ ਹੈ ਜਿਹੜਾ ਮਿਲਾਉਂਦਾ ਹੈ ਆਤਮਾ ਤੇ ਪਰਮਾਤਮਾ ਨੂੰ, ਉਹ ਨਾਮ ਵੀ ਅੰਮ੍ਰਿਤ ਹੈ। ਇਹ ਦੇਖੋ, ਪਹਿਲਾਂ ਅਸੀਂ ਜਾਣਿਆ ਕਿ ਪਰਮਾਤਮਾ ਆਪ ਹੀ ਅੰਮ੍ਰਿਤ ਰੂਪ ਹੈ। ਉਹਦਾ ਅੰਸ਼ ਜਿਹੜੀ ਆਤਮਾ ਸਾਡੇ ਅੰਦਰ ਹੈ, ਜਿਹਨੂੰ ਅਸੀਂ ਭੇਖਣਾ ਹੈ, ਜਿਹਨੂੰ ਮਿਲਾਪ ਕਰਨਾ ਹੈ, ਉਹ ਆਤਮ ਤੱਤ ਵੀ ਸਾਡੇ ਅੰਦਰ ਜਿਹੜੀ ਪਰਮਾਤਮਾ ਦੀ ਜੋਤ ਹੈ ਉਹ ਵੀ ਅੰਮ੍ਰਿਤ ਰੂਪ ਹੈ। ਫਿਰ
ਦੋਨਾਂ ਨੂੰ ਮਿਲਾਉਣ ਦਾ ਜਿਹੜਾ ਰਸਤਾ ਹੈ, ਜਦੋਂ ਆਪਣਾ ਆਤਮ ਦਰਸ਼ਨ ਕਰਨਾ ਹੈ, ਜੋ ਗੁਰਬਾਣੀ ਗੁਰੂ ਕਹਿ ਰਹੇ ਨੇ, ਉਹ ਗੁਰਬਾਣੀ ਵੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਅੰਮਿਓ ਰਸ, ਜਿਹੜਾ ਬਾਣੀ ਨੂੰ ਪੜ੍ਹ ਕੇ ਰਸ ਆਉਂਦਾ ਹੈ, ਉਹ ਵੀ ਅੰਮ੍ਰਿਤ ਰੂਪ ਹੈ। ਤੇ ਅੰਮ੍ਰਿਤ ਹਰ ਕਾ ਨਾਮ, ਤੇ ਜਿਹੜਾ ਨਾਮ ਉਹਨਾਂ ਨੂੰ ਮਿਲਵਾਉਂਦਾ ਹੈ, ਜਿਹੜਾ ਅਸੀਂ ਵਾਹਿਗੁਰੂ ਗੁਰੂ ਮੰਤਰ ਗੁਰੂ ਸਾਹਿਬ ਕੋਲ ਲੈਂਦੇ ਆ ਜਦੋਂ ਖੰਡੇ ਬਾਟੇ ਦੀ ਪੌਲ ਚੱਕ ਕੇ, ਉਹ ਵੀ ਜਿਹੜਾ ਨਾਮ ਹੈ ਉਹ ਅੰਮ੍ਰਿਤ ਰੂਪ ਹੈ। ਇਹ ਸਾਰੇ ਅੰਮ੍ਰਿਤ ਦਿਵਯ ਹੋ ਗਏ। ਉਸ ਤੋਂ ਬਾਅਦ ਜਿਹੜੀ ਇਹ ਹਵਾ ਆਕਸੀਜਨ ਕਹਿੰਦੇ ਨੇ, ਜਿਹੜੀ ਸਾਨੂੰ ਮਿਲ ਰਹੀ ਹੈ, ਵੀ ਸਾਨੂੰ ਮਰਨ 'ਚ ਕੁਝ ਪਲ ਸਾਨੂੰ ਨਾ ਮਿਲੇ, ਸਾਡੀ ਮੌਤ ਹੈ, ਇਹ ਹਵਾ ਵੀ ਅੰਮ੍ਰਿਤ। ਜਿਹੜਾ ਜਲ ਹੈ ਉਹ ਵੀ ਅੰਮ੍ਰਿਤ, ਜਿਹੜਾ ਘਿਓ ਹੈ ਉਹਨੂੰ ਵੀ ਅੰਮ੍ਰਿਤ ਕਿਹਾ, ਜਿਹੜਾ ਦੁੱਧ ਹੈ ਉਹਨੂੰ ਵੀ ਅੰਮ੍ਰਿਤ ਕਿਹਾ। ਵੱਡੇ ਬਜ਼ੁਰਗ ਤੇ ਕੀ ਕਹਿੰਦੇ ਸੀ ਵੀ ਜਿਹੜਾ ਘਿਓ ਹੈ ਤੇ ਉਹ ਤੇ ਕਦਾ ਮਤਲਬ 2-4 ਦਿਨ ਬਾਅਦ ਸਾਡੇ ਸਰੀਰ ਵਿੱਚ ਅਸਰ ਪੈਦਾ ਕਰਦਾ, ਜਿਹੜਾ ਅੱਜ ਖਾਂਦਾ ਹੈ। ਜਿਹੜਾ ਦੁੱਧ ਹੈ ਉਹ ਤੇ ਇਨਸਟੈਂਟ ਐਨਰਜੀ ਦਿੰਦਾ 10 ਮਿੰਟ ਦੇ ਅੰਦਰ। ਇਹ ਸਾਰੇ ਵੀ ਅੰਮ੍ਰਿਤ, ਜਿਹਨੂੰ ਅਸੀਂ ਸੁਖਮਨੀ ਸਾਹਿਬ ਵਿੱਚ ਕਹਿੰਦੇ ਹਾਂ, ਜਹ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ। ਜਿਹਦੇ ਪ੍ਰਸਾਦ ਨਾਲ 36 ਤਰ੍ਹਾਂ ਦੇ ਤੱਤ ਪ੍ਰਸਾਦ ਛਕਦੇ ਆ, ਜਿਹੜੇ ਸਾਨੂੰ ਰਸ ਦਿੰਦੇ ਨੇ, ਸਵਾਦ ਦਿੰਦੇ ਨੇ, ਜੀਵਨ ਦੀ ਊਰਜਾ ਦਿੰਦੇ ਨੇ, ਸ਼ਕਤੀ ਦਿੰਦੇ ਨੇ, ਉਹ ਸਾਰੇ ਵੀ ਅੰਮ੍ਰਿਤ ਰੂਪ ਨੇ। ਇੱਕ ਅੰਮ੍ਰਿਤ ਗੁਰਬਾਣੀ ਵਿੱਚ ਉਹਦੇ ਵੀ ਦਰਸ਼ਨ ਹੁੰਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸੁਰ ਨਰ ਮੁਰਜਨ ਅੰਮ੍ਰਿਤ ਖੋਲਦੇ। ਜਦੋਂ ਵਿੰਧਿਆਚਲ ਪਰਵਤ, ਮੇਰੂ ਪਰਵਤ ਦੀ ਮਧਾਣੀ ਮਾਰ ਕੇ ਸਮੁੰਦਰ ਦਾ ਮੰਥਨ ਹੋਇਆ, ਤੇ ਬੜੀ ਜਗ੍ਹਾ ਦਰਸ਼ਨ ਕਰਦੇ ਆ ਗੁਰਬਾਣੀ ਵਿੱਚ ਕਿ ਤਾਂ ਵੀ ਇੱਕ ਅੰਮ੍ਰਿਤ ਨਿਕਲਿਆ, ਜਿਹਨੂੰ ਸੁਰ ਨਰ ਦੇਵਤੇ ਵੀ ਚਾਹੁੰਦੇ ਸੀ, ਮੁਨੀ ਜਨ ਵੀ ਚਾਹੁੰਦੇ ਸੀ, ਤੇ ਰਾਖਸ਼ ਵੀ ਚਾਹੁੰਦੇ ਸੀ ਕਿ ਉਹਨੂੰ ਪੀ ਕੇ ਅਸੀਂ ਅਮਰ ਹੋ ਜਾਈਏ। ਜਿਹੜੇ ਦੇਵਤੇ ਨੇ, ਅਗਨੀ ਦੇਵਤਾ, ਬਸੰਤਰ ਦੇਵਤਾ, ਸੂਰਜ ਦੇਵਤਾ, ਜਿਹੜੇ ਨਾ ਅਸੀਂ ਕਹੀਏ ਨਾ ਹਿੰਦੂਆਂ ਦੇ, ਨਾ ਮੁਸਲਮਾਨਾਂ ਦੇ, ਨਾ ਸਿੱਖਾਂ ਦੇ, ਉਹਨਾਂ ਦਾ ਕੰਮ ਤੇ ਦੇਣਾ ਹੈ, ਊਰਜਾ ਦੇਣਾ ਹੈ, ਉਹ ਵੀ ਦੇਵਤੇ ਮੰਨੇ ਜਾਂਦੇ ਨੇ। ਜਿਹੜੇ ਇੱਕ ਤੇ ਦੇਵਤੇ ਹੁੰਦੇ ਨੇ, ਅਸੀਂ ਕਾਲਪਨਿਕ ਤਸਵੀਰਾਂ ਦੇਖਦੇ ਹਾਂ, ਨਹੀਂ, ਗੁਰਬਾਣੀ ਵਿੱਚ ਅੰਨ ਨੂੰ ਦੇਵਤਾ ਕਿਹਾ, ਗੁਰਬਾਣੀ ਵਿੱਚ ਸੂਰਜ ਨੂੰ ਦੇਵਤਾ ਕਿਹਾ, ਅਗਨ ਨੂੰ, ਬਸੰਤਰ ਨੂੰ, ਹਵਾ ਨੂੰ, ਇਹ ਅਸੀਂ ਕਹਿੰਦੇ ਪਵਨ ਗੁਰੂ ਪਾਣੀ ਪਿਤਾ। ਤੇ ਇਹ ਵੀ ਸਭ ਦੇਵ ਰੂਪ ਨੇ, ਜਿਹੜੇ ਸਾਨੂੰ ਜੀਵਨ ਦੇ ਰਹੇ ਨੇ, ਅੰਮ੍ਰਿਤ ਰੂਪ ਨੇ ਸਭ। ਇਹ ਸਭ ਚੀਜ਼ਾਂ ਨੂੰ ਵੀ ਅਸੀਂ ਅੰਮ੍ਰਿਤ ਮੰਨਿਆ। ਕਹਿਣ ਤੋਂ ਭਾਵ ਹੈ ਕਿ ਜਿਹੜਾ ਮਰਨ ਤੋਂ ਰਹਿਤ ਕਰਦੇ, ਉਹ ਅੰਮ੍ਰਿਤ। ਹੁਣ ਇਸ ਅੰਮ੍ਰਿਤ ਨੂੰ ਜਿਹਦੀ ਵਿਚਾਰ ਅਸੀਂ ਕਰਨੀ ਹੈ, ਖੰਡੇ ਬਾਟੇ ਦੀ ਪਹੁਲ, ਜਿਹੜੇ ਸਾਨੂੰ 10ਵੇਂ ਪਿਤਾ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ। ਤੇ ਹੁਣ ਜਿਹੜਾ ਸਵਾਲ ਉੱਠਦਾ ਹੈ ਕਿ ਉਸ ਤੋਂ ਪਹਿਲੇ ਜਿਹੜੇ 9 ਗੁਰੂ ਸਾਹਿਬਾਨ ਸੀ, ਕਿਆ ਉਹਨਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ? ਨਹੀਂ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਨਿਰਮਲ ਪੰਥ ਚਲਾਇਆ, ਤੇ ਗੁਰੂ ਸਾਹਿਬ ਵੀ ਅੰਮ੍ਰਿਤ ਦੀ ਦਾਤ ਦਿੰਦੇ ਸੀ। ਗੁਰੂ ਸਾਹਿਬ ਕਿਵੇਂ ਅੰਮ੍ਰਿਤ ਦੀ ਦਾਤ ਦਿੰਦੇ ਸੀ? ਚਰਣਾ ਅੰਮ੍ਰਿਤ ਗੁਰ ਸਿੱਖਾਂ ਪਿਲਾਇਆ। ਅਸੀਂ ਪ੍ਰਭਾਤ ਫੇਰੀਆਂ ਤੇ ਸ਼ਬਦ ਪੜ੍ਹਦੇ ਹਾਂ ਨਾ, ਚਰਨ ਧੋਏ ਰਹਿ ਰਾਸ ਕਰ, ਚਰਣਾ ਅੰਮ੍ਰਿਤ ਗੁਰ ਸਿੱਖਾਂ ਪਿਲਾਇਆ। ਗੁਰੂ ਨਾਨਕ ਪਾਤਸ਼ਾਹ ਆਪਣੇ ਅੰਗੂਠੇ ਦੀ ਪਹੁਲ, ਯਾਨੀ ਕਿ ਅੰਗੂਠੇ ਜਿਹੜਾ ਚਰਨ ਹੈ, ਉਹਨਾਂ ਨੂੰ ਧੋ ਕੇ ਉਹ ਗੁਰਬਾਣੀ ਦਾ ਜਾਪ ਕਰਕੇ ਸਿੱਖੀ ਦਾ ਦਾਨ ਦਿੰਦੇ ਸੀ। ਤਾਂ ਇਹਨੂੰ ਕਹਿੰਦੇ ਸੀ ਕਿ ਸਿੱਖੀ ਲੈਣੀ ਹੈ ਗੁਰੂ ਪਾਸੋਂ, ਤੇ ਇਹ ਸਿੱਖੀ ਦਾ ਦਾਨ ਮਿਲਦਾ ਸੀ, ਉਹਦੇ ਵਿੱਚ ਵੀ ਰਹਿਤ ਮਿਲਦੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹ ਰਹਿਤ ਬਖਸ਼ੀ ਹੋਈ ਸੀ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਗੁਰੂ ਮੰਤਰ ਦਾ ਜਿਹੜਾ ਬਖਸ਼ਦੇ ਨੇ ਮਹਾਰਾਜ ਵਾਹਿਗੁਰੂ ਮੰਤਰ, ਉਹਦਾ ਜਾਪ ਕਰਨਾ। ਗੁਰੂ ਪਾਤਸ਼ਾਹ ਨੇ ਵੀ ਭਾਈ ਮਰਦਾਨਾ ਜੀ ਨੂੰ ਵੀ ਇਹੀ ਕਹਿ ਕੇ ਰੱਖਿਆ ਸੀ ਆਪਣੇ ਨਾਲ ਕਿ ਕਦੀ ਸ਼ਰਾਬ ਦਾ, ਨਸ਼ਿਆਂ ਦਾ ਸੇਵਨ ਨਹੀਂ ਕਰਨਾ, ਤੇ ਰੋਮਾਂ ਦੀ ਕੇਸਾਂ ਦੀ ਬੇਦਬੀ ਨਹੀਂ ਕਰਨੀ। ਇਹ ਜਿਹੜੀ ਰਹਿਤ ਹੈ, ਜਿਹੜੀ ਮਹਾਰਾਜ 10ਵੇਂ ਪਿਤਾ ਨੇ ਦ੍ਰਿੜ ਕਰਵਾਈ, ਇਹ ਗੁਰੂ ਨਾਨਕ ਪਾਤਸ਼ਾਹ ਤੋਂ ਚੱਲੀ ਆ ਰਹੀ ਹੈ। ਭਾਈ ਮਰਦਾਨਾ ਜੀ ਨੂੰ ਵੀ ਰਹਿਤ ਦੇ ਕੇ ਹੀ ਆਪਣੇ ਨਾਲ ਰੱਖਿਆ ਕਿ ਨਸ਼ਿਆਂ ਦਾ ਸੇਵਨ ਨਹੀਂ ਕਰਨਾ, ਨਾਮ ਸਿਮਰਨ ਨਹੀਂ ਛੱਡਣਾ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਰੋਮਾਂ ਦੀ ਕੇਸਾਂ ਦੀ ਬੇਦਬੀ ਨਹੀਂ ਕਰਨੀ। ਕਿਉਂਕਿ ਜਿਹੜੇ ਮੁਸਲਮ ਵੀਰ ਹੁੰਦੇ ਨੇ, ਉੱਪਰੋਂ ਆਪਣੀ ਮੁੱਛਾਂ ਨੂੰ ਕਰਦੇ ਨੇ ਨਾ, ਤੇ ਇਹ ਕਰਕੇ ਮਹਾਰਾਜ ਨੇ ਸਾਰੀ ਰਹਿਤ ਬਖਸ਼ੀ ਹੋਈ ਸੀ। ਇਹ ਜਿਹੜੀ ਰਹਿਤ ਗੁਰੂ ਨਾਨਕ ਪਾਤਸ਼ਾਹ ਤੋਂ ਚਲਦੀ ਆ ਰਹੀ ਹੈ, ਉਹੀ ਜੋਤ ਵਰਤ ਕੇ 10ਵੇਂ ਪਾਤਸ਼ਾਹ ਚਾਹੀ। ਪਰ 10ਵੇਂ ਪਾਤਸ਼ਾਹ ਨੇ ਇੱਕ ਇਹਨੂੰ ਥੋੜਾ ਨਵੇਕਲਾ ਰੂਪ ਦੇ ਦਿੱਤਾ। ਇਹ ਜਿਹੜੀ ਚਰਨ ਪਹੁਲ ਸੀ, ਇਹ ਬਿਲਕੁਲ ਸੰਪੂਰਨ ਹੈ, ਇਹਦੇ ਵਿੱਚ ਕੋਈ ਕਮੀ ਨਹੀਂ। ਦਇਆ, ਸੰਤੋਖ, ਖਿਮਾ, ਨਿਮਰਤਾ, ਜੋ ਲੰਗਰ ਚੱਲੇ, ਜੋ ਸ਼ਾਂਤੀ ਦੇ ਉਪਦੇਸ਼, ਕੁਰਬਾਨ ਹੋ ਜਾਣਾ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਇਹ ਚਰਣਾ ਅੰਮ੍ਰਿਤ, ਇਹ ਗੁਰਸਿੱਖਾਂ ਦੇ ਮਨ ਵਿੱਚ ਜੋ ਨਿਮਰਤਾ ਸੀ, ਅਸੀਂ ਉਹਦੇ ਦਰਸ਼ਨ ਕਰਦੇ ਆਏ। 10ਵੇਂ ਪਾਤਸ਼ਾਹ ਨੇ ਜੋ 6ਵੇਂ ਪਾਤਸ਼ਾਹ ਤੋਂ ਇਸ ਨੂੰ ਹੋਰ ਨਵਾਂ ਰੂਪ ਬਖਸ਼ਿਆ ਕਿ ਭਗਤੀ ਤੇ ਸ਼ਕਤੀ ਦਾ ਸੁਮੇਲ ਹੋਏ, ਕਿ ਖੰਡੇ ਦੀ ਧਾਰ ਨਾਲ ਖੰਡਾ ਫੇਰ ਕੇ ਉਸ ਬਾਟੇ ਵਿੱਚ ਮਹਾਰਾਜ ਨੇ ਇਹਦਾ ਤੇਜ ਜਿਹੜਾ ਪ੍ਰਤਾਪ ਹੈ ਅੰਮ੍ਰਿਤ ਦਾ ਹੋਰ ਵਧਾਤਾ। ਐ ਨਹੀਂ ਕਿ ਪਹਿਲੇ ਕੋਈ ਕਮੀ ਸੀ, ਪਰ ਇਹਦੇ ਵਿੱਚ ਤੇਜ ਜਿਹੜਾ ਹੋਰ ਵਧਾਤਾ ਮਹਾਰਾਜ ਨੇ, ਕਿ
ਜਿਹੜਾ ਪਰਮਾਤਮਾ ਹੈ ਉਹ ਨਿਮਰਤਾ ਦਾ ਵੀ ਕਰ ਰਿਹਾ, ਪਰ ਜਦੋਂ ਪਰਮਾਤਮਾ ਦੇ ਅਸੂਲਾਂ ਵਿੱਚ ਬਣਾਈ ਹੋਈ ਪ੍ਰਕਿਰਤੀ ਵਿੱਚ ਕੋਈ ਹਸਤਕਸ਼ੇਪ ਕਰਦਾ ਹੈ, ਪਰਮਾਤਮਾ ਉਹਦਾ ਸੰਹਾਰ ਵੀ ਤੇ ਕਰਦਾ ਹੈ ਨਾ। ਪਰਮਾਤਮਾ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਪਰਮਾਤਮਾ ਦਾ ਹੀ ਗੁਣ ਹੈ ਸ੍ਰਿਸ਼ਟੀ ਨੂੰ ਸਮੇਟਦਾ ਹੈ। ਦੋਨੋਂ ਗੁਣ ਪਰਮਾਤਮਾ ਦੇ ਨੇ ਤੇ ਖਾਲਸਾ ਵਿੱਚ ਵੀ ਦੋਨੋਂ ਗੁਣ ਹੋਣੇ ਚਾਹੀਦੇ ਨੇ। ਜੋ ਪ੍ਰੇਮ ਦੀ ਬੋਲੀ ਜਾਣਦਾ ਹੈ, ਜੋ ਨਿਮਰਤਾ ਦੀ ਬੋਲੀ ਜਾਣਦਾ ਹੈ, ਤੇ ਉਹਨੂੰ ਸ਼ਸਤਰਧਾਰੀ ਵੀ ਹੋਣਾ ਚਾਹੀਦਾ, ਉਹਨੂੰ ਸ਼ਸਤਰ ਚਲਾਉਣਾ ਵੀ ਆਉਣਾ ਚਾਹੀਦਾ। ਇਹਦੇ ਵਿੱਚ ਅਸੀਂ ਬੋਲਾ ਸੁਣਦੇ ਆਏ ਹਾਂ ਕਿ ਜੋ ਸ਼ਰਨ ਆਵੇ ਉਹਦੇ ਲਈ ਦੇਗ, ਤੇ ਜੋ ਆ ਕੇ ਅੜ ਜਾਏ ਉਹਦੇ ਲਈ ਫਿਰ ਸਾਡੀ ਤੇਗ। ਤੇ ਇਹ ਜੋ ਪਰਮਾਤਮਾ ਦਾ ਗੁਣ ਪਰਮਾਤਮਾ ਦੇ ਪੁੱਤਰ 'ਚ ਹੋਣਾ ਚਾਹੀਦਾ। ਤੇ ਮਹਾਰਾਜ ਨੇ ਜਾਣਿਆ ਜੀ ਖਾਲਸਾ ਜੋ ਪਰਮਾਤਮਾ ਦਾ ਪੁੱਤਰ ਬਣੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਬਣੇ, ਉਹ ਤੇ ਫਿਰ ਪਰਮਾਤਮਾ ਵਰਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਹੋਣਾ ਚਾਹੀਦਾ ਨਾ। ਤੇ ਉਹਦੇ ਵਿੱਚ ਭਗਤੀ ਤੇ ਸ਼ਕਤੀ ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਤੇ ਕਰਕੇ ਖੰਡੇ ਦੀ ਪੋਹਲ ਜਿਹੜੀ ਛਕਾਈ ਗਈ, ਇਹ ਜਿਹੜੀ ਚਰਨ ਪੋਹਲ ਸੀ ਉਹਦਾ ਤੇਜ ਹੋਰ ਵਧਾ ਦਿੱਤਾ। ਖੰਡੇ ਨੂੰ ਫੇਰ ਕੇ ਵਿੱਚ ਮਾਤਾ ਜੀ ਨੇ ਪਤਾਸੇ ਵੀ ਪਾਏ ਤੇ ਇਹ 5 ਬਾਣੀਆਂ ਦੀ 5 ਕਕਾਰਾਂ ਦੀ ਸਾਨੂੰ ਰਹਿਤ ਮਿਲੀ। ਇਹ ਜਿਹੜੀ ਰਹਿਤ ਮਿਲਦੀ ਏ, ਬਾਣੀ ਮਿਲਦੀ ਏ, ਇਹ ਸਾਰੀ ਵਾੜ ਹੁੰਦੀ ਹੈ। ਜੋ ਅਸਲ ਚੀਜ਼ ਹੈ ਜਦੋਂ ਅਸੀਂ 5 ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਉਹ ਹੁੰਦਾ ਹੈ ਜਿਹੜਾ ਸਾਨੂੰ ਗੁਰਮੰਤਰ ਮਿਲਦਾ ਹੈ, ਜਿਹਦੇ ਉੱਪਰ ਸਾਡਾ ਧਿਆਨ ਨਹੀਂ ਜਾਂਦਾ। ਮਹਾਰਾਜ ਨੇ ਸਾਨੂੰ ਵਾਹਿਗੁਰੂ ਮੰਤਰ ਸਭ ਵਾਸਤੇ ਹੈ, ਪਰ ਜਦੋਂ ਅਸੀਂ ਵਾਹਿਗੁਰੂ ਮੰਤਰ 5 ਪਿਆਰਿਆਂ ਕੋਲੋਂ ਲੈ ਲੈਂਦੇ ਹਾਂ ਤੇ ਸਾਡਾ ਉਹ ਗੁਰਮੰਤਰ ਬਣ ਜਾਂਦਾ ਹੈ। ਤੇ ਗੁਰਮੰਤਰ ਫਿਰ ਆਪ ਸਹਾਈ ਹੁੰਦਾ ਹੈ, ਜਿਹੜਾ ਅੰਦਰ ਆਤਮ ਤੱਤਵ ਅਸੀਂ ਸਭ ਤੋਂ ਪਹਿਲੇ ਗੱਲ ਕੀਤੀ, ਸਾਡੇ ਅੰਦਰ ਇੱਕ ਅੰਮ੍ਰਿਤ ਤੇ ਪਰਮਾਤਮਾ ਦੀ ਜੋਤ, ਉਹਨੂੰ ਪ੍ਰਗਟ ਕਰਨ ਲਈ, ਜਿਹਨੂੰ ਗੁਰਬਾਣੀ ਵਿੱਚ ਕਹਿੰਦੇ ਆ ਅੰਤਰ ਕੁਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ। ਹੁਣ ਸ਼ਬਦ ਨਾਲ ਉਹਨੂੰ ਕੱਢਣਾ ਹੈ ਜਿਹੜਾ ਅੰਦਰ ਕੁਟਾ ਭਰਿਆ ਹੋਇਆ ਅੰਮ੍ਰਿਤ ਦਾ। ਜਿਵੇਂ ਸਮਰਸਬਲ ਕਰਦੇ ਆ ਅਸੀਂ, ਉੱਪਰੋਂ ਪਾਣੀ ਪਾਉਂਦੇ ਆ ਤੇ ਥੱਲੋਂ ਪਾਣੀ ਨੂੰ ਖਿੱਚ ਲੈਂਦੇ ਨੇ ਨਾ, ਉਵੇਂ ਹੀ ਮਹਾਰਾਜ ਨੇ ਕੀਤਾ ਕਿ ਉੱਪਰੋਂ ਇਹ ਵਾਹਿਗੁਰੂ ਮੰਤਰ ਦਾ ਨਾਮ ਦਾ ਅੰਮ੍ਰਿਤ ਜਿਹੜਾ ਹੈ ਉਹ ਪੀਣਾ ਹੈ। ਤੇ ਇਹ ਵਾੜ ਲਗਾਣੀ ਹੈ, ਜਿਹਨੂੰ ਕਿਹਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹ ਨਾਮ ਦਾ ਬੀਜ ਗੁਰੂ ਸਾਹਿਬ ਨੇ ਵਾਹਿਗੁਰੂ ਮੰਤਰ ਦਾ ਜਾਪ ਦਿੱਤਾ, ਸੰਤੋਖ ਦਾ ਨੂੰ ਸੁਹਾਗਾ ਫੇਰਿਆ, ਰਹਿਤ ਦਿੱਤੀ ਸਾਨੂੰ, 5 ਬਾਣੀਆਂ ਦਿੱਤੀਆਂ, 5 ਕਕਾਰ ਬਖਸ਼ੇ, ਇਹਨੂੰ ਸੁਹਾਗਾ ਫੇਰਿਆ। ਜਿੰਨੀ ਅਮੋਲਕ ਦਾਤ ਹੁੰਦੀ ਹੈ ਉਨਾ ਹੀ ਉਹਨੂੰ ਵਾੜ ਲਗਾ ਕੇ ਉਨਾ ਹੀ ਅਮੋਲਕ ਭਾਂਡੇ ਦੀ ਲੋੜ ਪੈਂਦੀ ਹੈ। ਤੇ ਭਾਂਡਾ ਕਿਵੇਂ ਤਿਆਰ ਹੋਏਗਾ? ਗੁਰਬਾਣੀ ਨਾਲ, ਰਹਿਤ ਨਾਲ। ਇਹ ਸਭ ਚੀਜ਼ਾਂ ਸਹਾਇਕ ਹੋਣਗੀਆਂ। ਤੇ ਮਹਾਰਾਜ ਦਾ ਬਖਸ਼ਿਆ ਜਦੋਂ ਵਾਹਿਗੁਰੂ ਮੰਤਰ ਜਪਾਂਗੇ ਤੇ ਅੰਦਰ ਦਾ ਅੰਮ੍ਰਿਤ ਜਿਹੜਾ ਉਹ ਪ੍ਰਗਟ ਹੋਏਗਾ। ਇਸ ਕਰਕੇ ਅੰਮ੍ਰਿਤ ਦੀ ਦਾਤ ਲੈਣੀ ਜ਼ਰੂਰੀ। ਜਦੋਂ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਰਸਤੇ ਤੇ ਚੱਲਦੇ ਹਾਂ ਨਾ, ਤੇ ਫਿਰ ਮਹਾਰਾਜ ਦੀ ਜ਼ਿੰਮੇਵਾਰੀ ਨਹੀਂ। ਦੇਖੋ ਜਦੋਂ ਅਸੀਂ ਮਹਾਰਾਜ ਕੋਲੋਂ ਗੁਰੂ ਮੰਤਰ ਲੈਂਦੇ ਹਾਂ ਤੇ ਮਹਾਰਾਜ ਦੀ ਜ਼ਿੰਮੇਵਾਰੀ ਹੋ ਗਈ, ਉਹਨਾਂ ਨੇ ਸਾਡੀ ਸੰਭਾਲ ਕਰਨੀ। ਸਾਨੂੰ ਕਿੰਨਾ ਬੈਨੀਫਿਟ ਮਿਲ ਜਾਂਦਾ ਹੈ ਕਿ ਮਹਾਰਾਜ ਦੀ ਨਿੱਕੀ ਗੋਦ, ਉਹਨਾਂ ਦਾ ਚਰਨਾਂ ਦਾ ਆਸਰਾ ਸਾਨੂੰ ਮਿਲ ਗਿਆ ਕਿ ਮਹਾਰਾਜ ਨੇ ਹੁਣ ਗੁਰਮੰਤਰ ਨਾਲ ਅਸੀਂ ਸਿਰਫ ਜਪਣਾ ਹੈ, ਬਾਕੀ ਜ਼ਿੰਮੇਵਾਰੀ ਅਸੀਂ, ਸਾਡਾ ਹੋਮਵਰਕ ਹੈ ਰੋਟੀ ਖਾਣਾ, ਸਰੀਰ ਆਪੇ ਪਚਾਏਗਾ। ਮਹਾਰਾਜ ਦਾ ਜਿੱਤਾ ਹੋਇਆ ਜਾਪ ਔਰ ਬਾਣੀ ਅਸੀਂ ਪੜਾਂਗੇ, ਮਹਾਰਾਜ ਆਪੇ ਬਰਕਤ ਪਾਣਗੇ ਤੇ ਸਾਡਾ ਜਿਹੜਾ ਅੰਤਰ ਕੁੱਟਾ ਅੰਮ੍ਰਿਤ ਦਾ ਭਰਿਆ ਹੋਇਆ ਹੈ ਉਹਨੂੰ ਅਸੀਂ ਖੋਜ ਲਵਾਂਗੇ। ਜਿਹੜੀ ਖੇਡ ਅਸੀਂ ਖੇਡਣ ਆਏ ਹਾਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਆਤਮ ਔਰ ਪਰਮਾਤਮਾ ਦਾ ਮਿਲਾਪ, ਉਹ ਖੇਡ ਅਸੀਂ ਪੂਰੀ ਕਰ ਲਵਾਂਗੇ। ਹੁਣ ਸਾਡੇ ਇੱਕ ਸਵਾਲ ਦਾ ਜਵਾਬ ਜਿਹੜਾ ਹੋ ਗਿਆ, ਜਿਹੜਾ ਮੈਂ ਬਹੁਤ ਸੁਣਦੀ ਹਾਂ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗੱਲ ਨਹੀਂ ਕਰਦੇ। ਅਸੀਂ ਅਗਰ ਉਹਨਾਂ ਦੇ ਵੀ ਸਿੱਖ ਹਾਂ ਤੇ ਉਹਨਾਂ ਨੇ ਵੀ ਚਰਨ ਪੋਹਲ ਦਿੱਤੀ ਸੀ ਤੇ ਸਿੱਖੀ ਮਿਲੀ ਸੀ। ਬਿਨਾਂ ਚਰਨ ਪੋਹਲ ਤੋਂ ਉੱਥੇ ਵੀ ਸਿੱਖੀ ਨਹੀਂ ਸੀ। ਜਦੋਂ ਅਸੀਂ ਹੋਰਾਂ ਵੀ ਸਿੱਖਾਂ ਦੇ ਜ਼ਿਕਰ ਪੜ੍ਹਦੇ ਹੈਗੇ ਹਾਂ, ਭਾਈ ਬਿਧੀ ਚੰਦ ਜੀ ਦਾ ਜਾਂ ਭਾਈ ਸ਼ਾਲੋ ਜੀ ਦਾ, ਉਹਨਾਂ ਦੇ ਜੀਵਨ ਕਿੰਨੇ ਕਠਿਨ ਰਹੇ। ਜਦੋਂ ਉਹ ਸਿੱਖੀ ਲੈਣ ਆਏ, ਜੋ ਸਖੀ ਸਰਵਰ ਦੇ ਪੂਜਨੀਕ ਸੀ, ਉਹਨਾਂ ਨੂੰ ਪੂਜਦੇ ਸੀ, ਤੇ ਮਹਾਰਾਜ ਨੇ ਕੀ ਕਿਹਾ ਕਿ ਇੱਕ ਸਿੱਖੀ ਉੱਪਰ ਦੂਜੀ ਸਿੱਖੀ ਨਹੀਂ ਟਿਕਦੀ। ਪਹਿਲੇ ਤੁਸੀਂ ਆਪਣੇ ਘਰ ਜਾ ਕੇ ਸਖੀ ਸਰਵਰ ਦਾ ਜਿਹੜਾ ਉਹ ਪੂਰਾ ਖਾਨਾ ਹਟਾਓ, ਉਸ ਤੋਂ ਬਾਅਦ ਸਿੱਖੀ ਦੀ ਦਾਤ ਮਿਲੇਗੀ, ਚਰਨ ਪੋਹਲ ਤਾਂ ਮਿਲੇਗੀ। ਤੇ ਸਿੱਖੀ ਲਏ ਬਗੈਰ, ਚਰਨ ਪੋਹਲ ਲਏ ਬਗੈਰ ਵੀ ਉਹ ਸਿੱਖ ਨਹੀਂ ਅਖਵਾਉਂਦੇ ਸੀ। ਜੇ ਅਸੀਂ ਅਸਲ ਮੈਨਿਆਂ ਵਿੱਚ ਸਿੰਘ ਤੇ ਕੌਰ ਸਜਣਾ ਹੈ, ਗੁਰੂ ਮਹਾਰਾਜ ਦੀ ਦਾਤ ਸਾਨੂੰ ਖੰਡੇ ਬਾਟੇ ਦੀ ਪੋਹਲ ਜਿਹੜੀ ਲੈਣੀ ਪਏਗੀ। ਜਦੋਂ ਮਹਾਰਾਜ ਨੇ ਆਪਣਾ ਇਹ ਸਰੀਰ ਦਾ ਚੋਲਾ ਸਮਝੋ ਸਮੇਟਣਾ ਸੀ 10ਵੇਂ ਪਾਤਸ਼ਾਹ ਨੇ, ਤੇ ਉਹਨਾਂ ਨੇ ਫਿਰ 5 ਪਿਆਰਿਆਂ ਰਾਹੀਂ ਅੰਮ੍ਰਿਤ ਦੀ ਦਾਤ ਬਖਸ਼ੀ ਕਿ ਹੁਣ 5 ਪਿਆਰੇ ਅੰਮ੍ਰਿਤ ਸੰਸਕਾਰ ਕਰਿਆ ਕਰਨਗੇ, ਜਨਮ ਸੰਸਕਾਰ, ਮ੍ਰਿਤਕ ਸੰਸਕਾਰ, ਅੰਮ੍ਰਿਤ ਸੰਸਕਾਰ। ਹੁਣ ਸਾਡਾ ਜਿਹੜਾ ਅੰਮ੍ਰਿਤ ਦਾ ਜਿਹੜਾ ਅਸੀਂ ਇਹਨੂੰ ਸਕਿਪ ਕਰ ਜਾਂਦੇ ਹਾਂ, ਸਿੱਧਾ ਆਨੰਦ ਕਾਰਜ ਤੇ ਪਹੁੰਚ ਜਾਂਦੇ ਹਾਂ। ਉਸ ਤੋਂ ਬਾਅਦ ਵੀ ਸਾਨੂੰ ਧਿਆਨ ਨਹੀਂ ਆਉਂਦਾ ਕਿ ਅਸੀਂ ਅੰਮ੍ਰਿਤ ਛਕ ਲਈਏ।
महाराज जदों असी खंडे बाटे की पहल छकांगे ते गुरु वाले बनांगे ते ही असल मैनिया च सिख हाँ। ਉਂਝ ਅਸੀਂ असल मैनिया च कोई सिख नहीं हाँ, चाहे असी वो पहरावा पाया ही क्यों ना होए, चाहे सिर ते दस्तार सजाई क्यों ना होए, जब तक असी गुरु पासों अपने उपर एक मोहर नहीं लगवा लेंदे तां तक असी सिख नहीं हाँ। ਹੁਣ ਅਸੀਂ ਚਾਹੇ ਅਸੀਂ ਆਪਣੇ ਆਪ ਨੂੰ ਕਿਸੇ ਵੀ ਗੁਰੂ ਦਾ ਸਿੱਖ ਕਵਾਈਏ, ਕਿਸੇ ਵੀ ਗੁਰੂ ਦੀ ਮੂਰਤ ਦਾ ਧਿਆਨ ਕਰਦੇ ਹੋਈਏ ਮਨ ਵਿੱਚ, ਪਰ ਸਾਨੂੰ ਖੰਡੇ ਬਾਟੇ ਦੀ ਪਹੁਲ ਲੈਣੀ ਜ਼ਰੂਰੀ ਹੈ। ਤੇ ਦੂਸਰਾ ਜਿਹੜਾ ਇੱਕ ਅਸੀਂ ਹੋਰ ਪ੍ਰਸ਼ਨ ਉਹ ਵਿਚਾਰ ਕਰਦੇ ਹਾਂ ਕਿ ਇੱਕ ਪ੍ਰਸ਼ਨ ਤੇ ਹੋ ਗਿਆ ਅਸੀਂ ਇਸ ਗੁਰੂ ਸਾਹਿਬ ਦੇ ਸਿੱਖ ਹਾਂ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਹਾਂ, ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਹਾਂ ਤਾਂ ਵੀ ਅਸੀਂ ਚਰਨ ਪਹੁਲ ਲੈਂਦੇ ਸੀ, ਤੇ ਹੁਣ ਅਸੀਂ ਖੰਡੇ ਬਾਟੇ ਦੀ ਪਹੁਲ ਲੈਣੀ ਹੈ। ਚਰਨ ਪਹੁਲ ਦਾ ਹੀ ਨਵਾਂ ਰੂਪ ਹੈ ਜਿਹੜਾ ਉਹ ਖੰਡੇ ਬਾਟੇ ਦੀ ਪਹੁਲ ਹੈ, ਕਿਉਂਕਿ ਗੁਰੂ ਸਾਹਿਬ ਨੇ ਜਿਹੜੇ ਉਹ ਸਰੀਰ ਰੂਪ ਵਿੱਚ ਹੁਣ ਵਿਦਿਆਮਾਨ ਨਹੀਂ ਨੇ ਤੇ ਬਾਣੀ ਦੇ ਰੂਪ ਵਿੱਚ ਨੇ, ਤੇ ਅੱਗੋਂ ਉਹਨਾਂ ਨੇ ਗੁਰੂ ਪੰਥ ਨੂੰ ਆਪਣੀ ਗੁਰਤਾ ਗੱਦੀ ਬਖਸ਼ੀ ਹੈ, ਤੇ ਗੁਰੂ ਪੰਥ ਦੀ ਜਿਹੜੀ ਮਰਿਆਦਾ ਹੈ ਉਹ ਖੰਡੇ ਬਾਟੇ ਦੀ ਪਹੁਲ ਸਾਨੂੰ ਨਿਭਾਣੀ ਪਏਗੀ। ਸਾਨੂੰ ਜਾ ਕੇ ਵੀਰਾਸਨ 'ਚ ਬੈਠ ਕੇ ਮਹਾਰਾਜ ਕੋਲੋਂ ਖੰਡੇ ਬਾਟੇ ਦੀ ਪਹੁਲ ਛਿੱਟੇ ਨੇ ਜਿਹੜੇ ਆਪਣੇ ਨੇਤਰਾਂ ਵਿੱਚ, ਆਪਣੇ ਸੀਸ ਵਿੱਚ, ਤੇ ਆਪਣਾ ਜਿਹੜਾ ਚੁੱਲ੍ਹਾ ਉਹ ਸਾਨੂੰ ਲੈਣਾ ਪਏਗਾ ਮਹਾਰਾਜ ਕੋਲੋਂ। ਜਿਹੜਾ ਮੰਤਰ ਹੈ ਗੁਰੂ ਮੰਤਰ ਉਹ ਤਾਂ ਹੀ ਬਣੇਗਾ। ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, जैसा सतगुरु सुनींदा तैसो ही मैं डीठ, विछड़िया मेले प्रभु हर दरगह का वसीठ। उस तो बाद की कहते ने, हर नामो मंत्र दृढ़ाएंदा कट्टे होमे योग। हर नामो मंत्र दृढ़ाएंदा, हरि दे नाम का जिहड़ा मंत्र है वो गुरु साहब दृढ़ाते हैं ते होमे का रोग कटते हैं। तो हुण मंत्र तो असीं लवांगे तां ही बनेगा ना मंत्र, असीं वाहिगुरू गुरमंत्र लवांगे तां ही बनेगा। ਜਦੋਂ ਅਸੀਂ ਨੌਵੇਂ ਮਹੱਲੇ ਦੇ ਸਲੋਕਾਂ ਦੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਕਹਿੰਦੇ ਹਾਂ, ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿੰਦ ਜਪਿਓ ਗੁਰਮੰਤ। ਹੁਣ ਜਿਨ੍ਹਾਂ ਨੇ ਆਪ ਗੁਰੂ ਮੰਤਰ ਦਾ ਜਾਪ ਕੀਤਾ ਉਹ ਰਹਿਣਗੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਖੁਆਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਹੋਏ। ਹੁਣ ਗੁਰੂ ਮੰਤਰ ਦਾ ਜਾਪ ਤੇ ਤਾਂ ਕਰਾਂਗੇ ਜੇ ਗੁਰੂ ਮੰਤਰ ਲਿੱਤਾ ਹੋਏਗਾ। ਗੁਰੂ ਮੰਤਰ ਤੇ ਅਸੀਂ ਖੰਡੇ ਬਾਟੇ ਦੀ ਪਹੁਲ ਛਕਾਂਗੇ, 5 ਪਿਆਰਿਆਂ ਕੋਲੋਂ ਲਵਾਂਗੇ ਮੰਤਰ, ਗੁਰੂ ਮੰਤਰ ਤਾਂ ਉਹ ਬਣੇਗਾ। ਹਾਲੇ ਉਹ ਖਾਲੀ ਸਾਡੇ ਵਾਸਤੇ ਵਾਹਿਗੁਰੂ ਮੰਤਰ ਹੈ। ਹੁਣ ਗੁਰੂ ਮੰਤਰ ਦਾ ਰੂਪ ਉਹਨੂੰ ਦੇਣਾ ਪਏਗਾ ਨਾ। ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਤੇ ਸਾਨੂੰ ਸਮਝ ਪੈਂਦੀ ਹੈ ਕਿ ਮਹਾਰਾਜ ਦੀ ਬਾਣੀ ਵੀ ਇਹੀ ਕਹਿ ਰਹੀ ਹੈ। ਐ ਨਹੀਂ ਕਿ ਦਸਮ ਦੀ ਬਾਣੀ ਕਹਿ ਰਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੀਵਾਨ ਸਜਾਏ ਨੇ, ਜਾ ਕੇ ਮੱਥਾ ਟੇਕ ਰਹੇ ਹਾਂ, ਉਹਨਾਂ ਦੀ ਬਾਣੀ ਸੁਣ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਤੇ ਬਾਣੀ ਵੀ ਤੇ ਇਹੀ ਕਹਿ ਰਹੀ ਹੈ ਕਿ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੋਮੇ ਰੋਗ। ਤੇ ਭਾਈ ਗੁਰਦਾਸ ਜੀ ਦੀ ਵਾਰਾਂ ਕੀ ਕਹਿੰਦੀਆਂ ਨੇ, ਵਾਹਿਗੁਰੂ ਗੁਰੂ ਮੰਤਰ ਹੈ ਜਿਹਨੂੰ ਜਦੋਂ ਵਾਹਿਗੁਰੂ ਮੰਤਰ ਜਪਦੇ ਆ ਤੇ ਫਿਰ ਕੀ ਹੁੰਦਾ ਹੈ, ਜੇ ਹੋਮੇ ਰੋਗ ਨਹੀਂ ਰਹਿੰਦਾ। ਉਹ ਵੀ ਭਾਈ ਗੁਰਦਾਸ ਦੀ ਵਾਰਾਂ ਵੀ ਇਹੀ ਕਹਿ ਰਹੀਆਂ ਨੇ ਕਿ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੇ ਖੋਈ, ਉਹਦੇ 'ਚ ਵੀ ਇਹੀ ਕਹਿ ਰਹੇ ਨੇ। ਤੇ ਹੋਮੇ ਰੋਗ ਨੂੰ ਕੱਟਣ ਲਈ, ਹੋਮੇ ਰੋਗ ਤੋਂ ਛੁਟਕਾਰਾ ਪਾਉਣ ਲਈ, ਮਿਲਾਪ ਲਈ ਸਾਨੂੰ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਜਿਹੜਾ ਹੈ ਉਹ ਕਰਨਾ ਪਏਗਾ। ਤੇ ਵਾਹਿਗੁਰੂ ਗੁਰੂ ਮੰਤਰ ਕਦੋਂ ਬਣੇਗਾ, ਫਿਰ ਦੁਬਾਰਾ ਤੋਂ ਅਸੀਂ ਬਾਰ-ਬਾਰ ਅਗਰ ਇਸ ਗੱਲ ਨੂੰ ਪੱਕਾ ਕਰਾਂਗੇ ਤਾਂ ਹੀ ਅੰਦਰ ਜਾਏਗੀ ਕਿ ਵਾਹਿਗੁਰੂ ਗੁਰੂ ਮੰਤਰ ਦਾ ਰੂਪ ਤਾਂ ਧਾਰਨ ਹੋਏਗਾ ਜਦੋਂ ਅਸੀਂ ਖੰਡੇ ਬਾਟੇ ਦੀ ਪਹੁਲ ਲੈ ਕੇ 5 ਪਿਆਰਿਆਂ ਕੋਲੋਂ ਮੰਤਰ ਦੀ ਦਾਤ ਲਾਂਗੇ। ਘਰ ਬੈਠੇ ਅਸੀਂ ਕਹੀਏ ਸਾਡਾ ਗੁਰਮੰਤਰ ਹੀ ਨਹੀਂ ਭਾਈ, ਘਰ ਬੈਠੇ ਨਹੀਂ ਗੁਰਮੰਤਰ, 5 ਪਿਆਰਿਆਂ ਅੱਗੇ ਹਾਜ਼ਰੀ ਲਾਣੀ ਪਏਗੀ, ਉੱਥੇ ਗੁਰੂ ਪੰਥ ਨੂੰ ਨਮਸਕਾਰ ਕਰਨੀ ਪਏਗੀ, ਰਹਿਤ ਮਰਿਆਦਾ ਲੈਣੀ ਪਏਗੀ, ਫਿਰ ਉਹ ਗੁਰਮੰਤਰ ਹੈ। ਫਿਰ ਅਸੀਂ ਕਵਾਂਗੇ ਕਿ ਵੀ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰਮੰਤ ਸਾਡੇ ਕੋਲ ਹੋਏਗਾ ਤੇ ਉਹਨੂੰ ਜਪਾਂਗੇ। ਇਸ ਕਰਕੇ ਸਾਨੂੰ ਖੰਡੇ ਬਾਟੇ ਦੀ ਪਹੁਲ ਲੈਣੀ ਅਤ ਜ਼ਰੂਰੀ। ਆਪ ਸਭ ਦੇ ਮਨਾਂ ਵਿੱਚ ਜਿਹੜੇ ਵੀ ਪ੍ਰਸ਼ਨ ਹੋਣ ਉਹ ਤੁਸੀਂ ਪੁੱਛ ਸਕਦੇ ਹੋ ਨਾ, ਅਸੀਂ ਸੰਗਤ ਵਿੱਚ ਤਾਂ ਹੀ ਬੈਠੇ ਹਾਂ ਕਿ ਸ਼ੰਕੇ ਦੂਰ ਹੋਣ। ਇਹ ਜਿਹੜੇ ਪ੍ਰਸ਼ਨ ਜਿਹੜੇ ਮੈਂ ਸੁਣੇ ਹੋਏ ਨੇ ਉਹਨਾਂ ਦੇ ਉੱਤਰਾਂ ਦੇ ਉੱਪਰ ਵਿਚਾਰ ਕਰ ਰਹੇ ਹਾਂ। ਅਗਰ ਆਪ ਜੀ ਦਾ ਕੋਈ ਪ੍ਰਸ਼ਨ ਨੇ, ਆਪ ਜੀ ਵੀ ਪ੍ਰਸ਼ਨ ਪੁੱਛ ਸਕਦੇ ਆ। ਹੁਣ ਅਗਲਾ ਪ੍ਰਸ਼ਨ ਕੀ ਆਉਂਦਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਸਾਨੂੰ ਬਾਹਰੋਂ ਅੰਮ੍ਰਿਤ ਲੈਣ ਦੀ ਲੋੜ ਨਹੀਂ, ਅਸੀਂ ਵੈਸੇ ਬੜੇ ਸੁੱਚੇ ਹਾਂ, ਸਾਡੇ ਕਰਮ ਬੜੇ ਚੰਗੇ ਨੇ। ਇੱਕ ਅਸੀਂ ਇਹ ਵੀ ਕਹਿੰਦੇ ਹਾਂ ਨਾ, ਅੰਮ੍ਰਿਤ ਸਾਡੇ ਅੰਦਰ ਹੀ ਹੈ, ਜਦ ਆਤਮ ਤੱਤ ਅੰਮ੍ਰਿਤ ਸਾਡੇ ਅੰਦਰ ਹੀ ਹੈ, ਅੰਤਰ ਕੁੱਟਾ ਅੰਮ੍ਰਿਤ ਭਰਿਆ, ਤੇ ਸਾਨੂੰ ਬਾਹਰੋਂ ਲੈਣ ਦੀ ਕੀ ਲੋੜ ਹੈ। ਤੇ ਗੁਰਬਾਣੀ ਗੁਰੂ ਕੀ ਕਹਿ ਰਹੇ ਨੇ, ਨਾਨਕ ਅੰਮ੍ਰਿਤ ਮਨੇ ਮਾਏ, ਕਿ ਅੰਮ੍ਰਿਤ ਮਨ ਵਿੱਚ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ।
पर अगली पंक्ति की है, पाइए गुर प्रसाद। वो मिलेगा किवें? गुरु के प्रसाद नाल। जद अमृत अंदर है वो सानू जिहड़ा मिलेगा वो गुरु के प्रसाद नाल मिलेगा। इस करके असीं जदों गुरबाणी गुरु दे विचार करते हाँ तो साडे अंदर अमृत है, असीं चंगे कर्म कर रहे हैं, पर उहदे उपर मोहर लगवाणी और उन्हां चंगे कर्मां दी होमे ना आ जाए ते रहत मर्यादा दृढ़ करवाणी, गुरबाणी दृढ़ रखनी, ये साडे जिहड़े सहायक ने। अगर असीं इस चीज़ां नूं नहीं करते तो फिर असीं चंगे कर्म करके होमे विच आ जांदे हां कि असीं ते चंगे कर्म करते हां। तो फिर क्या असीं चंगे कर्म जिहड़े ने, सच्चे कर्म ने जिहड़े, वो गुरु गोबिंद पातशाह तो भी ज़्यादा करते हैं। गुरु गोबिंद पातशाह ने आप 5 प्यारिਆਂ कोलों अमृत की दात लिੱਤੀ। क्या असीं साडा जीवन असीं विचार करिए महाराज के जीवन तो भी ज़्यादा चंगा व्यतीत हो रहा है कि सानूं अमृत लैण की लोड़ ही नहीं बाहरों। जब महाराज नूं लोड़ सी, महाराज ने कहा भी सब नूं लोड़ है, अमृत छकना है, महाराज ने आप 5 प्यारिਆਂ कोलों दात लिੱਤੀ। तो इस तो वड्डा महाराज कोई तुहानूं जिहड़ा ना कह लो मिराकल या कोतक करके नहीं दिखा सकते सी। भी ये वड्डा कोतक सी कि आप आपे गुर चेला, पहले गुरु भी आप सी ते वाह वाह गोबिंद सिंह आपे गुर चेला, आपे फिर चेला बन के अमृत की दात लिੱਤੀ गुरु पंथ कोलों। ये महाराज ने दसिया कि अगर मैनू लोड़ है, अगर मैं कह रहा हाँ कि मैं भी गोबिंद राय तो गोबिंद सिंह सजਣਾ है तो मैनू अमृत की लोड़ हैगी है, तो तुहानू भी जिहड़ा अपने नाम नाल सिंह ते कोर लगाया है वो तां ही सकारथा है जो तुसीं अमृत की दात लिੱਤੀ है। फिर उस तो बाद की है, जब तुहाडा अपना एक रिश्ता हो जाता है महाराज नाल, गुरु का भी तो पिता का भी। जदों अमृत की दात लै लैंदे हां तो फिर असीं की कहंदे हां, साडे पिता अज तक कौन ने? गुरु गोबिंद सिंह जी महाराज। माता कौन ने? माता सहब देवा जी। ते वासी कित्थे दे हां? आनंदपुर साहब दे। हुण आनंदपुर साहब दे वासी का की मतलब है? असीं हर समय आनंद विच ही रहिंदे हां। जिहदा पिता गुरु गोबिंद पातशाह होए वो तो हर समय आनंद विच ही रहेगा, उन्होंने क्यों कोई दुख तकलीफ होएगा? उन्होंने तो अपने पिता उपर पूरा भरोसा है। जे कोई औकड़ आती भी है तो वह अपने पिता कोलों कहते ना, अपने माता पिता कोलों ते बच्चा जिद करके भी चीज़ लै लैंदा है, तो वो तो फिर महाराज कोलों जिद भी करेगा, महाराज मेरा तो पिता भी तुसीं हो तो गुरु भी तुसीं हो, मैं किसी होर दा दरवाजा किवें खटकावां या मैं किसी कोलों होर क्यों आस रखां? मेरी आस ओट बल बुद्ध तन दम सब कुछ तुसी हो ना महाराज। तो वो बड़ा बच्चा है वो महाराज को सारिया दातां लै लैंदा है। और वैसे भी पिता की जिहड़ी प्रॉपर्टी है सहजे ही उहदे उपर साडा हक है। तो साडा पिता कौन है? शाहे शहनशाह। तुम हो सब राजन के राजा आपे आप गरीब निवाजा। जदों महाराज साडे पिता ने, शाहे शहनशाह ने, सब राजावां दे भी राजा ने, तो सानू किस चीज़ की कमी हो सकती है? एक बारी जदों असी इस बेड़े विच चढ़ जाते हैं ना महाराज दे, तो फिर सारा आनंद असी माणते हैं कि असी आनंदपुर साहब के वासी हाँ, तो असी हमेशा फिर आनंद विच रहते हैं। पर यह प्रेम वाले झूटे लैण लई, पींघां पाण लई सानू इस बेड़े ते चढ़ना पेगा। एक होर प्रश्न आता है कि साडे कोलों कोई गलती ना हो जाए, इस करके असी अमृत की दात नहीं लैंदे। महाराज यह गलती वड्डी है कि अमृत की दात ना लैना, पूरा जीवन अमृत ना छकना, इस डर तो कि अमृत छक के कोई गलती ना हो जाए। अपने वालों कोई गलती नहीं करनी जान बूझ के। जे भुल चुक नाल आप जी, जिवें तुहाडा कोई बाबा जी ना करन वाहिगुरू, जे कोई ऑपरेशन होंदा है, कोई होर डिलीवरी केस होंदा है, तो उन्होंने असीं खंडत नहीं मनते। असीं ऑपरेशन थिएटर अंदर गए है ना, कई लोग कहते नहीं मैं बीमार हो गया तो मैं स्नान नहीं किया। स्नान करना, कर स्नान सिमर प्रभ अपना मन तन भया रोगा। स्नान करना बहुत जरूरी है, शुद्धता रखनी है। पर अगर तुसी बहुत कभी बीमार सी, तुसी स्नान नहीं किया, तुसी अपने लेटे लेटे वाहिगुरू मूल मंत्र का जाप कर लेता, जदों तुसी थोड़ी तबीयत ठीक कोई दिन चढ़ तुसी गुरबाणी अपना नितनेम कर लेता, तो कोई है नहीं कि तुहानूं कोई सज़ा मिल गई भी तुसी तुहाडा अमृत खंडित हो गया। इन्हां चीज़ों तो डर के या को कि यह बहाने बना के अपने लिए असीं अमृत की दात नहीं लैंदे, यह वड्डी गलती है। इस डर नूं तो जीना कि असीं कित्थे वो ना हो जाए कि साडे कोल कोई कुरहत ना हो जाए। जान बूझ के अपने सुचेत मन नाल कोई नहीं करनी। देखो अपने आप नहीं कोई करनी, पूरा सावधानी रखनी है। हुण असीं किरपान तो जदों इलैदा होंदे आ, ट्रैवलिंग करते हैं, असीं दूसरे देश विच जाते हैं, तो फिर असीं अरदास करके पाठ करके किरपान दोबारा धारण कर लैनी है, गात्रा दोबारा धारण कर लेना है, इनू खंडित नहीं मनना। और जदों असीं किरपान धारण करते हैं तो महाराज ने कितनी बरकत पाई है, किरपान पान धारियन कोट पाप तारियन।
जे श्रद्धा नाल असी कृपान धारण कर लिए, सरबलोह के शस्त्र धारण कर लिते ने, एक कड़ा पा लिता है, महाराज कहते हैं उसी क्षण करोड़ों पापां का नाश हो जाता है। कृपान पाप धारियन कोट पाप धारियन। ये महाराज की जिहड़ी बरकतां ने, इन्हां नूं लैण लई सानूं इस रस्ते तो जाना पेगा। देखो अज नहीं जावांगे तो कल जावांगे, अगले जन्म विच जावांगे। जब तक असी इस रस्ते तो नहीं गुजरांगे, इत्थे फिर साडा आना जाना, दुख तकलीफां बड़ियां रहणगियां। एक जिहड़ी परम शांति है, जिहड़ा मरण तो रहत है, ऐ नहीं कि साडा हुण अमृत छक के असीं मरना नहीं है, शरीर ने नाश नहीं होना, नहीं, इन्हें भी जाना है शमशान घाट। पर कहण तो भाव की है जीवन मुक्त अवस्था, मरण का कोई डर नहीं रहेगा। क्यों? अपना काम पूरा हो चुका है, असीं जाना तो अपने पिता जी के घर जाना है। जे काम पूरा नहीं भी असीं जिंदगी च कर पाए, जो खेड खेडण आई सी पूरी नहीं सिरे चढ़ा पाते हैं, पर अमृत की दात लई हुई है तो महाराज अपना बिरद पछाणते ने, वो सानू भटकण नहीं देंदे, साडी राखी करते। देखो अपना बिरद प्यो अपने पुत्र नूं पछाणदा है ना, अपनी धी नूं पछाणदा है, माँ पछाणदी है, वो सानू भटकण थोड़ी ना देणगे। एवें कि हुण तुसीं अमृत की दात दित्ती सी, पूरी कोशिश कीती सच्चे दिल नाल, ते पर स्वासां दी पूंजी खत्म हो गई ते हुण तुसीं भटको नहीं। महाराज बिरद पछाणदे ने, तुहाडी राखी करनगे, तुहानूं फिर मौका मिलेगा। और मौका भी इस तरह मिलेगा, जिन्नियां सीढ़ियां चढ़ बैठे सी उन्नियां सीढ़ियां अगले जन्म चढ़ियां चढ़ाइयां मिलणगियां। कई असीं बच्चों के देखते हैं ना कि छोटी उम्र में ही कितनी अवस्था के मालक होंदे ने, किवें कीर्तन करते हैं, किवें गुरबाणी पढ़ते हैं। क्यों? पिछले जन्मां च कमाई करके आए। एक दुनियावी पढ़ाई है, जिन्नी वारी जन्म लो नर्सरी तो ही करनी पैंदी है, फिर सीखना पैंदा है। एक ए वाली महाराज की पढ़ाई है, महाराज ऐसी बरकत पाते हैं, जिथे छड़ के गए सी तैयार बर तैयार सीढ़ी मिलती उन्नी अगले जन्म च उस तो अगे ही शुरू करना है। जब असीं इस रस्ते तो गुजरना ही है तो फिर इंतजार क्यों करना, फिर असी फिर क्यों अपने आप को रोक के रखना, उस महान खानदान का हिस्सा असी क्यों नहीं बन जाते। गुरु गोबिंद सिंह पातशाह महाराज दे, गुरु तेग बहादुर साहब दे, सोढी सुल्तान गुरु रामदास पातशाह के खानदान का हिस्सा असी तां ही बन सकते हैं जे असी खंडे बाटे की मोह लईए ते महाराज के नादी पुत्र बन जाइए। एक होंदे ने बिंदी बच्चे जिहड़े माता पिता के मिलाप नाल बने ने, एक नादी पुत्र ते धी जिहड़े असी बनना है, जिहड़े नाद विचों निकलिया है, यानी कि गुरु मंत्र के जाप विचों, नाद विचों, धुन विचों जिहड़े बच्चे पैदा हो रहे हैं, जिहड़े अमृत खंडे की धार तो पैदा हो रहे हैं, ये नादी बच्चे असी महाराज के बन जाइए तो महान खानदान साडा कहलाए। जिथे 4 साहिबजादे ने, जिथे सारे शहीद सिंह ने, जिथे शहीद सिंह साडे रक्षा करन, साडे पहरे वास्ते 96 करोड़ फौज हर समय तैयार पर तैयार है। और एक एक जिहड़ा सिंह होंदा है महाराज का, उहदे विच कितनी ताकत होंदी है कि पूरे ब्रह्मांड नूं चाहे ते उपजा दे, उपज पैदा कर दे, ते चाहे तो पूरे ब्रह्मांड नूं नष्ट कर दे। वो ऐसे 96 करोड़ फौज महाराज की हर समय तैयार पर तैयार किहदे लई? अपने बच्चों लई। जे असी ए सारी सुख सुविधावां कह लो ना माणनियां ने, जे महाराज के बेड़े ते चढ़ांगे, महाराज के हुक्म विच आवांगे, जे अपनी मत लड़ानी है फिर नहीं। गुरु मत विच आण दा, मत्था टेकण दा भी भराई है कि असी अपने आप नूं भेंट कर दईए। चरण पहोल पीण दा भी भाव आई सी, चरण धोए रहरास कर, या सतगुरु के चरण धोए धोए पिओ, कि असी अपने आप नूं सरैंडर करदा। जिहदी गल असीं मंनदे हां, असीं उहदे कहने तेरे ते मैं चरण धो के पी ला, भी तेरी गल मन्नी, तेरे उपर अपने आप नूं कुर्बान कीता। इहो असीं इत्थे कहना सतगुरु आगे सीस भेट दिओ जे सतगुरु सच्चे भावे, कि बई हुण जे महाराज नूं पाए तो महाराज अगे सीस भेट कर दिओ, अपनी मत मन मत नूं त्याग दिओ, गुरु की मत धारण कर लो। फिर जो गुरु साहब कह रहे हैं, जे गुरु साहब कह रहे हैं कि शराब नहीं पीनी तो नहीं पीनी, भलिया बई नहीं पीनी। जे महाराज कह रहे हैं रोमा की बेदबी नहीं करनी तो नहीं करनी, ये महाराज ने कोई रमस रखी होएगी ना, ताई जो रस्ते ते चलांगे फिर सानू समझ भी आ जाएगी। आने वाले दिनों में अगर आप जी के कोई प्रश्न ने, असी शंके दूर कर सकते हैं कि असी रहत मर्यादा को क्यों नहीं दृढ़ कर सकते, साडा की शंका है या साडे विच मन विच की अड़चन है, असीं अमृत की दात क्यों नहीं लै रहे। असी कल तो हुण ए विचार अगे चलावांगे, जिहदे विच असीं जिहड़े 5 ककार धारण करते हैं, केस केसगी कड़ा छत कछैरा कृपान, इन्हां दा की महत्व है, असीं उहदे उपर विचार करांगे। आप जी सुन के हैरान हो जाओगे कि एक एक ककार विच महाराज ने किनियां किनियां बरकतां कीतियां रखियां होईयां ने, इन्नियां बरकतां रखियां ने असीं बयान नहीं कर सकते, क्योंकि अंत ना सिफती कहण ना अंत ना करने देण ना अंत। पर फिर भी महाराज की कृपा नाल कुछ विचारा करांगे ताकि सानू प्रेरणा मिले कि असीं एक ककारां नूं धारण करना है और बड़ी संभाल के, बड़े
ਹੋਸ਼ ਵਿੱਚ ਵੀ, ਜੋਸ਼ ਵਿੱਚ ਵੀ, ਚੜ੍ਹਦੀ ਕਲਾ ਵਿੱਚ ਵੀ, ਔਰ ਮਾਣ ਮਹਿਸੂਸ, ਫਖਰ ਮਹਿਸੂਸ ਕਰਨਾ ਹੈ ਕਿ ਮਹਾਰਾਜ ਨੇ ਦਾਤਾਂ ਮੈਨੂੰ ਦਿੱਤੀਆਂ ਨੇ, ਇਹ ਸਰਬਲੋਹ ਦੀ ਕਿਰਪਾਨ ਮੈਨੂੰ ਦਿੱਤੀ ਏ, ਇਹ ਕੜਾ ਮੈਨੂੰ ਬਖਸ਼ਿਆ ਹੈ, ਇਹ ਮੈਨੂੰ ਕੇਸਾਧਾਰੀ ਬਣਾਇਆ ਹੈ। ਜਿਹੜਾ ਸਾਡਾ ਸਰੂਪ ਹੈ ਕੇਸਾਧਾਰੀ, ਇਹ ਪੁਰਾਣੇ ਜਿੰਨੇ ਵੀ ਅਸੀਂ ਅਵਤਾਰ ਅੱਜ ਤੱਕ ਅਸੀਂ ਦਰਸ਼ਨ ਕਰਦੇ ਹਾਂ, ਸਭ ਦਾ ਉਹੀ ਸਰੂਪ ਹੈ। ਮਹਾਰਾਜ ਨੇ ਸਾਨੂੰ ਉਹੀ ਬਖਸ਼ਿਆ, ਜੋ ਅਸੀਂ ਵਿਚਾਰ ਆਉਣ ਵਾਲੇ ਹੁਣ ਦਿਨਾਂ ਵਿੱਚ ਕਰਾਂਗੇ। ਦੇਖੋ, ਭੈਣਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ। ਘਰ ਵਿੱਚ ਬੱਚੇ ਦਾ ਪਹਿਲਾ ਗੁਰੂ ਮਾਂ ਹੀ ਹੁੰਦੀ ਹੈ, ਅਤੇ ਅਗਰ ਜਿਹੜੀ ਭੈਣਾਂ ਨੇ ਅਗਰ ਘਰ ਵਿੱਚ ਬਰਕਤ ਚਾਹਣ ਤੇ ਪੈਂਦੀ ਹੈ, ਅਗਰ ਉਹ ਘਰ ਵਿੱਚ ਬਰਕਤ ਨਾ ਚਾਹਣ ਤੇ ਨਹੀਂ ਪੈ ਸਕਦੀ। ਇਹ ਤੇ ਅਸੀਂ ਮਨ ਵਿੱਚ ਵਿਚਾਰ ਕਰੀਏ ਤੇ ਸਾਨੂੰ ਸਭ ਪਤਾ ਹੈ ਕਿ ਭੈਣਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ। ਅਸੀਂ ਜਿਹੜੀ ਬੈਠੇ ਹਾਂ, ਇਹਨਾਂ ਦੀ ਆਪਸ ਵਿੱਚ ਆਪਣੇ ਅੰਦਰ ਝਾਤ ਮਾਰੋ। ਜੇ ਅਸੀਂ ਪ੍ਰਸ਼ਾਦਾ ਸਹੀ ਤਰ੍ਹਾਂ ਨਹੀਂ ਪਕਾਵਾਂਗੇ ਨਾ, ਤੇ ਉਹ ਪ੍ਰਸ਼ਾਦਾ ਰਸਦਾਇਕ ਤੇ ਐਨਰਜੀ ਵਾਲਾ ਨਹੀਂ ਹੋਏਗਾ, ਜਿਹੜਾ ਸਾਡੇ ਬੱਚਿਆਂ ਨੂੰ ਤੇ ਸਾਡੇ ਸਿੰਘ ਨੂੰ ਐਨਰਜੀ ਪੈਦਾ ਦੇਵੇ, ਹੈ ਨਾ। ਜੇ ਅਸੀਂ ਕਲਪ ਕੇ ਪਕਾਵਾਂਗੇ ਤੇ ਉਹਨਾਂ ਨੂੰ ਵੀ ਡਿਪਰੈਸ਼ਨ ਅੱਗੇ ਹੋਣਾ ਹੈ, ਉਹਨਾਂ ਨੂੰ ਵੀ ਬਿਮਾਰੀਆਂ ਲੱਗਣੀਆਂ। ਜੇ ਅਸੀਂ ਨਾਮ ਜਪ ਕੇ ਅਸੀਂ ਗੁਰੂ ਦੇ ਭਾਣੇ ਵਿੱਚ ਰਹਿ ਕੇ ਪਕਾਵਾਂਗੇ ਤੇ ਅੱਗੋਂ ਉਹ ਵੀ ਸਾਡਾ ਪਰਿਵਾਰ ਵੀ ਜਿਹੜਾ ਚੜ੍ਹਦੀ ਕਲਾ ਵਾਲਾ ਹੋਵੇਗਾ। ਜੇ ਅਸੀਂ ਚਾਹੁੰਦੇ ਹਾਂ ਤੇ ਭੈਣਾਂ ਆਪਣੀ ਜ਼ਿੰਮੇਵਾਰੀ ਸਮਝਣ। ਇੱਕ ਹੋਏ ਨੇ ਮਾਤਾ ਸੁੰਦਰ ਕੌਰ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਨਹੀਂ, ਇੱਕ ਹੋਰ ਹੋਏ ਨੇ, ਉਹਨਾਂ ਦਾ ਪਹਿਲਾ ਨਾਮ ਸੁਰਸਤੀ ਸੀ, ਮਤਲਬ ਕਿ ਬੜੀ ਸੁੰਦਰ ਸੀ। ਉਹਨਾਂ ਨੂੰ ਮੁਗਲ ਚੱਕ ਕੇ ਲੈ ਗਏ ਸੀ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਣ ਲੱਗਾ ਸੀ, ਤੇ ਬਾਅਦ 'ਚ ਉਹ ਮਾਤਾ ਸੁੰਦਰ ਕੌਰ ਜੀ ਕਹਾਏ ਵੀ ਸੁੰਦਰੀ ਕੌਰ ਜੀ। ਤੇ ਜਦੋਂ ਉਹਨਾਂ ਨੇ ਪੰਥ ਦੀ ਬਹੁਤ ਸੇਵਾ ਕੀਤੀ, ਸਿੰਘਾਂ ਦੀ ਬਹੁਤ ਸੇਵਾ ਕੀਤੀ, ਫਿਰ ਤਾਂ ਜ਼ਿੰਦਗੀ ਜਿਹੜਾ ਨਾ ਉਹ ਆਨੰਦ ਕਾਰਜ ਉਹਨਾਂ ਨੇ ਨਹੀਂ ਕਰਵਾਏ ਕਿ ਮੈਂ ਸੇਵਾ ਹੀ ਕਰਨੀ ਹੈ, ਕਿਉਂਕਿ ਆਨੰਦ ਕਾਰਜ ਹੋ ਰਹੇ ਸੀ ਤੇ ਮੁਗਲ ਚੱਕ ਕੇ ਲੈ ਗਏ ਸੀ ਤੇ ਸਿੰਘ ਬਾਬਾ ਜੀ ਦੇ ਛੁਡਵਾ ਕੇ ਲੈ ਕੇ ਆਏ ਸੀ। ਉਹਨਾਂ ਨੂੰ ਜਦੋਂ ਅੰਤਮ ਵੇਲਾ ਸੀ, ਜਿਹੜੀਆਂ ਭੈਣਾਂ ਖੜੀਆਂ ਸੀ ਨਾ ਸੇਵਾ ਵਿੱਚ ਤੇ ਗੁਰਬਾਣੀ ਦਾ ਪਾਠ ਇੱਕ ਰਸ ਸੁਣ ਰਹੇ ਸੀ, ਉਹ ਜਦੋਂ ਅੰਤਮ ਸਵਾਸ ਲੈਣੇ ਸੀ ਤੇ ਭੈਣਾਂ ਨੇ ਪੁੱਛਿਆ ਕੋਈ ਆਖਿਰਲਾ ਉਪਦੇਸ਼, ਤੇ ਉਹਨਾਂ ਨੇ ਜਿਨ੍ਹਾਂ ਨੇ ਇੰਨੀ ਚੜ੍ਹਦੀ ਕਲਾ ਵਾਲਾ ਜੀਵਨ ਗੁਜ਼ਾਰਿਆ ਨਾ, ਉਹਨਾਂ ਨੇ ਕੀ ਉਪਦੇਸ਼ ਦਿੱਤਾ ਅੰਤਿਮ, ਕਿ ਕਹਿੰਦੇ ਕਿ ਜਦ ਤੱਕ ਤੁਹਾਡੇ ਕੋਲ ਰਹਿਤੇ ਬਾਣੀ ਏ ਬਾਣਾ ਏ, ਤੁਸੀਂ ਰਾਣੀਆਂ ਹੋ ਤੇ ਇਹ ਜਿਹੜੇ ਸਿੰਘ ਨੇ ਨਾ ਇਹ ਸ਼ਹਿਜ਼ਾਦੇ ਨੇ, ਤੇ ਇਹ ਫਿਰ ਅਸਲ ਮੈਨਿਆਂ 'ਚ ਸਿੰਘ ਨੇ, ਇਹਨਾਂ ਕੋਲ ਹੀ ਰਾਜ ਏ ਤੇ ਇਹਨਾਂ ਕੋਲ ਹੀ ਧਰਮ ਏ ਤੇ ਚੜ੍ਹਦੀ ਕਲਾ ਵਾਲੇ ਨੇ। ਜੇ ਤੁਸੀਂ ਵਿਗੜੀਆਂ ਤੇ ਫਿਰ ਰਾਜ ਨਹੀਂ ਰਹੇਗਾ ਤੇ ਧਰਮ ਢਹਿੰਦੀ ਕਲਾ ਜ਼ਿਆਦਾ ਹੈ। ਭੈਣਾਂ ਦੀ ਕਿੰਨੀ ਜ਼ਿੰਮੇਵਾਰੀ ਹੈ ਕਿ ਅਖੀਰਲੇ ਵਚਨ ਉਹਨਾਂ ਜਿਹੜੇ ਸਾਡੇ ਕਹਿ ਲਓ ਕਿ ਮਾਤਾ ਜੀ ਆ ਵੱਡੀ ਭੈਣ, ਉਹਨਾਂ ਨੇ ਕੀ ਕਹੇ ਜਿਨ੍ਹਾਂ ਨੇ ਪੰਥ ਦੀ ਇੰਨੀ ਸੇਵਾ ਕੀਤੀ ਕਿ ਜਦ ਤੱਕ ਤੁਹਾਡੇ ਕੋਲ ਬਾਣੀ ਏ ਬਾਣਾ ਏ, ਗੁਰੂ ਸਾਹਿਬ ਦੀ ਰਹਿਤ ਏ, ਗੁਰੂ ਮੰਤਰ ਦਾ ਜਾਪ ਏ, ਤੁਸੀਂ ਗੁਰੂ ਦੇ ਭਾਣੇ ਵਿੱਚ ਹੋ, ਤਾਂ ਤੱਕ ਇਹ ਜਿਹੜੇ ਭਰਾ ਖੜੇ ਨੇ, ਇਹ ਸਿੰਘ ਨੇ, ਸ਼ਹਿਜ਼ਾਦੇ ਨੇ, ਇਹਨਾਂ ਕੋਲ ਰਾਜ ਏ, ਰਾਜ ਕਰੇਗਾ ਖਾਲਸਾ, ਇਹਨਾਂ ਕੋਲ ਰਾਜ ਏ, ਇਹਨਾਂ ਕੋਲ ਧਰਮ ਏ, ਇਹ ਚੜ੍ਹਦੀ ਕਲਾ ਵਾਲੇ ਨੇ। ਜੇ ਤੁਸੀਂ ਵਿਗੜੀਆਂ, ਤੁਸੀਂ ਆਪਣੀ ਰਹਿਤ ਛੱਡੀ ਤੇ ਇਹ ਫਿਰ ਧਰਮ ਢਹਿੰਦੀ ਕਲਾ ਚਲੇ, ਫਿਰ ਇਹ ਸਿੰਘ ਨਹੀਂ ਤੇ ਢਹਿੰਦੀ ਕਲਾ 'ਚ ਫਿਰ ਤੇ ਗਿੱਦੜ ਹੀ ਬਣ ਜਾਣਗੇ ਨਾ, ਜਿਹੜੇ ਲੋਕ ਵਿੱਚ ਫਸੇ ਰਹਿਣਗੇ ਤੇ ਡਰ ਵਿੱਚ ਰਹਿਣਗੇ। ਕਿਉਂਕਿ ਪਤਾ ਹੈ ਵੀ ਘਰ ਗਿਆ ਤੇ ਭੈਣ ਜਿਹੜੀ ਬੈਠੀ ਹੈ ਮੇਰੀ ਵਹੁਟੀ ਘਰ, ਉਹਨੇ ਮੈਨੂੰ ਸੋਧਰੇ ਸਵਾਲ ਪੁੱਛਣੇ ਨੇ, ਐ ਨਹੀਂ ਇੰਝ ਨਹੀਂ ਉਂਝ ਨਹੀਂ। ਜਿਵੇਂ ਅਸੀਂ ਚਾਹੁੰਦੇ ਹਾਂ ਸਾਡਾ ਘਰ ਹੋਏ, ਉਵੇਂ ਦੇ ਸਾਨੂੰ ਕਰਮ ਵੀ ਕਰਨੇ ਪੈਣਗੇ। ਇਸ ਕਰਕੇ ਭੈਣਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ। ਪ੍ਰਚਾਰ ਵੀ ਕਰੋ, ਆਪ ਵੀ ਕੋਲ ਸੱਜੋ ਤੇ ਆਪਣੇ ਸਿੰਘਾਂ ਨੂੰ ਵੀ ਕਹੋ ਕਿ ਉਹ ਸਿੰਘ ਸੱਜਣ। ਸਿੰਘ ਲਗਾਉਣਾ ਤਾਂ ਹੀ ਸਾਰਥਕ ਹੈ। ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਤਾਂ ਬਣੇ ਜੇ ਪੰਜ ਪੈਰਾਂ ਤੋਂ ਪਹੁਲ ਮਿਲਦੀ। ਤੇ ਹੁਣ ਅਸੀਂ ਆਪਣੇ ਨਾਮ ਨਾਲ ਅਗਰ ਹੋਰ ਔਰ ਸਿੰਘ ਅਸਲ ਮੈਨਿਆਂ ਚਾਹੁੰਦੇ ਹਾਂ ਵੀ ਸੱਚਾ ਲੱਗਿਆ ਹੋਏ, ਝੂਠਾ ਨਾ ਲੱਗਿਆ ਹੋਏ, ਤੇ ਸਾਨੂੰ ਫਿਰ ਉਹ ਪਹੁਲ ਲੈਣੀ ਪਏਗੀ। ਮਹਾਰਾਜ ਕਿਰਪਾ ਕਰਨ। ਬੇਅੰਤੀ ਭੁੱਲਾਂ ਹੋ ਗਈਆਂ ਹੋਣਗੀਆਂ, ਵਿਚਾਰ ਕਰਦੇ ਹੋਏ ਆਪ ਸੰਗਤ ਬਖਸ਼ਣ ਯੋਗ ਨੂੰ ਬਖਸ਼ ਲੈਣਾ ਜੀ। ਅਰਦਾਸ ਕਰਨੀ, ਅਸੀਸ ਬਖਸ਼ਿਸ਼ ਕਰਨੀ ਕਿ ਵਿਚਾਰ ਕਰਨ ਦੀ ਜਾਚ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।